सब देखने और सुनने वालों को मोहब्बत भरा सलाम। चलेंगे इटली यकूब साहब हमारे साथ हैं। जी अस्सलाम वालेकुम। जी वालेकुम सलाम वरहमतुल्लाह। हाँ जी, कैसी रही ईद आपकी? शुक्र अल्हम्दुलिल्लाह ठीक ही है। बस जिसले तकड़े ना ईद जी जो कोई हो रही है लोगों की, मैं जिवें सब कल देखी मैं तो सब तो पहले पूरे पाकिस्तानियों ने जिथे भी है जिस हाल च अस्सलाम वालेकुम वरहमतुल्लाह। वालेकुम। यह जो सिंध का वाकया तुहानू भी पता ऊंट वाला वाकया है। अच्छा जी। यकीन करो इन्ह इस बंदे ने साले अलैहिस्सलाम की ऊंटनी का वाकया याद करा छड़िया तो फिर भी मैं इस जालम नालों लखां गुना घट जालम आए। हम्म। उन्हें फिर भी ऊंटनी जबा किया। हम्म। ਉਹਦੀ 5 ਮਿੰਟਾਂ ਬਾਅਦ ਉਹ ਅੱਲਾ ਨੂੰ ਪਿਆਰੀ ਹੋ ਗਈ। हम्म। ਉਹਦੇ ਸਾਹ ਨਿਕਲ ਗਏ। ਇਸ ਜ਼ਾਲਮ ਦੇ ਬੱਚੇ ਨੇ ਤੇ ਉਹ ਜ਼ਿੰਦਗੀ ਵਹਾਈ ਹੈ हम्म। ਕਿ ਦੁਨੀਆ ਦੀ ਪਹਿਲੀ ਮਿਸਾਲ ਹੈ ਬੇਜ਼ੁਬਾਨ ਹੈ ਕਿ ਤੇਰਾ ਉਹਨੇ ਨੁਕਸਾਨ ਕਰ ਲਿਆ ਜਿਹਦੀ ਫਸਲ ਚ ਪੈ ਗਈ ਹੈ। हम्म। ਉਹਨੂੰ ਜ਼ਿਆਦਾ ਨੂੰ ਬਾਹਰ ਕੱਢ ਦੇ हम्म। ਜਾਂ ਜੇ ਤੈਨੂੰ ਬਹੁਤਾ ਹੀ ਦੁੱਖ ਹੈ ਤੇ ਜਿਹਦੀ ਡਾਚੀ ਹੈ ਉਹਨੂੰ ਆਖ ਮੇਰਾ ਇਹਨੇ ਇੰਨਾ ਨੁਕਸਾਨ ਕੀਤਾ 20 ਰੁਪਈਆਂ ਦਾ 50 ਇਹਦਾ ਇਹੀ ਉਹਨੇ ਪੱਠੇ ਖਾਦੇ ਉਹਨੇ 10-20 ਕਿਲੋ ਮੇਰਾ ਮੁਆਵਜ਼ਾ ਚਾਹ। ਕਿਤਨੀ ਦਰਿੰਦਗੀ ਉਸ ਨਾਲ ਸੁਣਿਆ ਮੈਂ ਉਹਦੇ ਕੋਈ ਦੱਸੀ ਨੇ ਕੱਲ ਫੋਟੋ 4-5 ਬੰਦੇ ਹੋਰ ਵੀ ਸ਼ਾਮਲ ਨੇ। ਅਗਰ ਇਸ ਬੰਦੇ ਨੂੰ ਜਾਂ ਇਹਦੇ ਨਾਲ ਜਿਹੜੇ ਬੰਦੇ ਸ਼ਾਮਲ ਨੇ ਉਸ ਊਂਟਣੀ ਦੀ ਲੱਤ ਵੱਢਣ ਦੇ ਵਿੱਚ ਅਗਰ ਇਹਨਾਂ ਬੰਦਿਆਂ ਨੂੰ ਉਹ ਸਜ਼ਾ ਨਾ ਦਿੱਤੀ ਜਾਏ ਜੋ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਦੇ ਦੌਰ ਦੇ ਵਿੱਚ ਜਿਹੜੇ ਜ਼ਾਲਮ ਬੰਦਿਆਂ ਨੂੰ ਮਿਲਦੀ ਹੈ, ਇਹ ਕੌਮ ਤੇ ਜ਼ਵਾਲ ਦੀ ਨਿਸ਼ਾਨੀ ਜੀ ਅਜ਼ਾਬ ਆਉਣ ਵਾਲਾ। ਅੱਗੇ ਜ਼ੁਲਮ ਥੋੜੇ ਵੀ ਹੁੰਦੇ ਨੇ ਪਾਕਿਸਤਾਨ 'ਚ। ਜਿਹੜਾ ਇਹ ਜ਼ੁਲਮ ਪਿੱਛੇ ਰਹਿ ਗਿਆ ਸੀ ਕੋਈ? ਇਤਨਾ ਜ਼ੁਲਮ ਇੱਕ ਬੇਜ਼ੁਬਾਨ ਡਾਚੀ ਹੈ। ਅਸਤਗਫਿਰੁल्लाह ਅਸਤਗਫਿਰੁल्लाह। ਜਿਹੜੀ ਉਹਨੂੰ ਨਜ਼ੀਅਤ ਮਿਲਦੀ ਹੈ ਵੀ ਜਦੋਂ ਉਹਨੂੰ ਕੋਈ ਲੱਤ ਮਸਨੂਈ ਲੱਗੇ ਦੀ ਜਾਂ ਉਹਦਾ ਜੋ ਵੀ ਇਲਾਜ ਕਰਨਗੇ, ਮੈਂ ਤੇ ਆਖਣਾ ਬਿਹਤਰ ਹੈ ਕਿ ਉਹ ਬੇਜ਼ੁਬਾਨ ਹੈ, ਹਲਾਲ ਮਾਲ ਹੈ, ਉਹਨੂੰ ਜ਼ਬਾ ਕਰ ਲਓ। ਇਹ ਤਸਤੀਏ ਨਾਲ ਜੇ ਤੁਸੀਂ ਉਹਨੂੰ ਲੱਤ ਲਾਓਗੇ ਨਹੀਂ ਤੇ ਫੇਰ ਵੀ ਜਵੇਦ ਸਾਹਿਬ ਉਹ ਸਹੀ ਤਰੀਕੇ ਨਾਲ ਬਹਿ ਨਹੀਂ ਸਕਦੀ। ਜਿਸ ਤਰ੍ਹਾਂ ਗੋਡਾ ਮਰੋੜਨਾ ਹੁੰਦਾ ਨਾ ਜਾਨਵਰ ਨੇ। ਅੱਛਾ ਇੱਕ ਸਵਾਲ ਕਰਾਂ? ਜੀ ਹੁਕਮ ਕਰੋ ਜੀ। ਅੱਛਾ ਉਹਨੇ ਤੇ ਚਲੋ ਜੋ ਕਰਤਾ ਤੇ ਹੁਣ ਪੂਰੀ ਕੌਮ ਜਿਹੜੀ ਉਹਦੇ ਪਿੱਛੇ ਲੱਗ ਗਈ ਹੈ। ਉੱਥੇ ਤੇ ਲੋਕਾਂ ਦੀਆਂ ਲੱਤਾਂ ਵੰਡਣ ਨੇ, ਲੋਕਾਂ ਨੂੰ ਨੰਗਾ ਕਰਨ ਨੇ, ਲੋਕਾਂ ਨਾਲ ਦੀਆਂ ਬੁੱਢੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ। ਉਹ ਜ਼ੁਲਮ ਕੋਈ ਨਹੀਂ ਅੱਜ ਤੱਕ ਹੋਇਆ ਪਾਕਿਸਤਾਨ 'ਚ? ਉਹ ਤੇ ਜੀ ਜਿਵੇਂ ਸਭ ਕੀ ਆਖੀਏ, ਜੇ ਤੇ ਕੋਈ ਹਕੂਮਤ ਹੋਵੇ ਨਾ ਜਾਂ ਕੋਈ ਕਾਨੂੰਨ ਹੋਵੇ ਜਾਂ ਕੋਈ ਮੁਲਕ ਹੋਵੇ, ਤੁਹਾਨੂੰ ਮੈਂ ਅਰਜ਼ ਕਰਨਾ ਪਿਆ ਜਿਸ ਮੁਲਕ 'ਚ ਹੁਣ ਜਿਹੜੀ ਉਹ ਸਫਦਰਵਾਨ ਦੀ ਬੀਵੀ ਹੈ 5%, ਜਿਸ ਮੁਲਕ 'ਚ ਅੱਧੇ ਮੁਲਕ ਦਾ ਇਹ ਰਕਬਾ ਸਾਡਾ ਪੰਜਾਬ ਦਾ, ਜਿਹਦੀ ਉਹ ਵਜ਼ੀਰ ਆਲਾ ਜਿਹੜੀ ਉਹ ਔਰਤ ਹੈ ਜਿਹਦੀ ਸ਼ਕਲ ਵੀ ਤੱਕ ਲਈਏ ਤੇ ਇੱਕ ਹਫ਼ਤੇ ਉਹ ਵਾਸਤੇ ਚਲੋ ਠੀਕ ਹੈ, ਪਰ ਮੈਂ ਜਿਹੜੀ ਗੱਲ ਪੁੱਛ ਰਿਹਾ ਉਹਨੂੰ ਛੱਡ ਦਿਓ। ਸੂ ਇਹ ਦੱਸੋ ਕਿ ਪਾਕਿਸਤਾਨ 'ਚ ਤੇ ਇੰਨੇ ਵੱਡੇ ਜ਼ੁਲਮ ਹੁੰਦੇ ਨੇ, ਉਹਨਾਂ ਦੇ ਖਿਲਾਫ ਤੇ ਕਦੀ ਕਿਸੇ ਉਲਮਾ ਨੇ ਆਵਾਜ਼ ਨਹੀਂ ਉਠਾਈ। ਲੋਕਾਂ ਦੇ ਬੱਚਿਆਂ ਦੇ ਨਾਲ ਕੀ ਹੁੰਦਾ ਹੈ, ਲੋਕਾਂ ਦੇ ਨਾਲ ਕੀ ਹੁੰਦਾ, ਲੋਕਾਂ ਦੀਆਂ ਬੱਚੀਆਂ ਨਾਲ ਕੀ ਹੁੰਦਾ, ਉੱਥੇ ਤੇ ਕਦੀ ਕੌਮ ਪੂਰੀ ਨਹੀਂ ਇਕੱਠੀ ਹੋਈ ਤੇ ਇੱਕ ਊਂਠਣੀ ਦੇ ਪਿੱਛੇ ਸਾਰੀ ਲੱਗ ਗਈ। ਉਲਮਾ ਜਿਹੜੇ ਨੇ ਉਲਮਾ ਤੇ ਹੈ ਹੀ ਕੋਈ ਨਹੀਂ ਜੇ ਪਾਕਿਸਤਾਨ 'ਚ। ਸਾਰੇ ਸੁਣਦੇ ਨੇ ਪਏ ਤੇ ਉਲਮਾ ਤੇ ਬੜਾ ਚੰਗੇ ਤੋਂ ਚੰਗੇ ਉਲਮਾ ਇਕਰਾਮ ਮੈਨੂੰ ਜਾਣਦੇ ਨੇ। ਮੈਂ ਗੁਨਾਹਗਾਰ ਜਿਹਾ ਬੰਦਾ, ਮੈਨੂੰ ਮਾਫ ਕਰ ਦੇਣਾ। ਤੁਹਾਡਾ ਕੰਮ ਹੈ ਇਸ ਟਾਈਮ ਤੇ ਜਿਹੜੀ ਜਵੇਦ ਸਾਹਿਬ ਗੱਲ ਕਰ ਰਹੇ ਨੇ 1000% ਸਹੀ ਗੱਲ ਕਰ ਰਹੇ ਨੇ। ਅਗਰ ਸਾਡੇ ਪਾਕਿਸਤਾਨ 'ਚ ਕੋਈ ਉਲਮਾ ਇਕਰਾਮ ਹੋਵੇ ਜਿਹੜੇ ਆਏ ਉਹ ਦੁਨੀਆ 'ਚ ਟੁੱਟ ਗਏ ਨੇ ਤੇ ਜਿਹੜੇ ਹੁਣ ਹੈ ਨੇ ਤਾਂ ਹੀ ਤੇ ਅਜ਼ਾਬ ਆਉਂਦੇ ਨੇ। ਕਿ ਜਾਣਦੇ ਹੋ ਜਿਹੜੇ ਪਹਿਲੇ ਦੌਰ 'ਚ ਉਲਮਾ ਇਕਰਾਮ ਕੋਈ ਨਹੀਂ ਹੁੰਦੇ। ਇਹ ਉਲਮਾ ਇਕਰਾਮ ਤਾਂ ਅੱਲਾਹ ਤਾਲਾ ਮਾਫੀ ਦੇ ਨਾ ਆਪਣਾ ਧੰਦਾ ਚਲਾਏ ਹੈ। ਇਹ ਲੋਕਾਂ ਨੂੰ ਆਖਦੇ ਜੀ ਚੰਮ ਦੀ ਤੁਸੀਂ ਜਿਹੜੀ ਘੜੀ ਹੈ ਨਾ ਉਹਦਾ ਬੈਲਟ ਪਾਓ। ਆਪੂ ਇਹ ਦੱਸਦੇ ਨੇ ਜਿੱਥੇ ਤਕਰੀਰ ਕਰਦੇ ਨੇ ਮਸੀਤੀ ਬਹਿੰਦੇ ਨੇ ਤੇ ਉਹ ਬਾਹ ਅੱਗੇ ਕਰਦੇ ਨੇ ਜਿੱਥੇ ਨਾ ਸੋਨੇ ਦਾ ਚੈਨ ਪਾਇਆ ਘੜੀ ਪਾਈ ਹੈ। ਜਿਵੇਂ ਸਭ ਜੀ ਇਹਨਾਂ ਉਲਮਾਏ ਕਰਮ ਦਾ ਤਕਰੀਰ ਕਰਦੇ, ਇਹਨਾਂ ਦੀ ਹਾਲਤ ਤੱਕੋ ਮੁਸਲੇ ਬੈਠੇ ਹਨ। ਸੋਨੇ ਦਾ ਇਹਨਾਂ ਨੇ ਚੈਨ ਕੈਮਰੇ ਲਏ ਨੇ, ਤਮਾਸ਼ਬੀਨੀ ਸ਼ੁਰੂ ਕੀਤੀ ਹੈ। ਨਹੀਂ, ਸੋਨੇ ਦਾ ਚੈਨ ਤੇ ਵੈਸੇ ਇਹ ਮਰਦ ਦੇ ਲਈ ਹਰਾਮ ਹੈ ਇਸਲਾਮ 'ਚ। ਤੇ ਮੈਂ ਕਹਿੰਦਾ ਉਹ ਸਾਡੇ ਵਾਸਤੇ ਹਰਾਮ ਹੈ, ਮੌਲਵੀਆਂ ਵਾਸਤੇ ਹਲਾਲ ਜੀ। ਅੱਛਾ ਮੌਲਵੀ ਇੱਕ ਦੱਸੋ ਮੈਨੂੰ ਜਿਹੜੀ ਚੰਮ ਦੀ ਘੜੀ ਕੋਈ 100 ਚ ਵੀ ਜਾਂ 1000 ਚ ਵੀ ਹੈ। ਯਕੀਨ ਕਰੋ ਇਹ ਆਪਣੇ ਕੱਪੜੇ ਤੇ ਆਪਣੇ ਘੜੀਆਂ ਮੈਂਬਰੇ ਰਸੂਲ ਤੇ ਬਹਿ ਕੇ ਵੀ ਬਾਜ਼ ਨਹੀਂ ਆਉਂਦੇ। ਜਿਹੜਾ ਅੱਲਾ ਨੇ ਉਲਮਾਏ ਕਰਾਮ ਨੂੰ ਕੇ ਲੱਗੇ ਆਪਣੀ ਨਮੂਦੋ ਨੁਮਾਇਸ਼ ਨਾਲ। ਉਹ ਫਕੀਰ ਦੁਨੀਆ ਤੋਂ ਟੁਰ ਗਏ ਨੇ। ਹੁਣ वो जमाने में मोअज़्ज़ज़ थे मुसलमान होकर और हम खार हुए तार के कुरान कर। अगर कोई मौलवी पाकिस्तान च होवे ते इस वेले जेड़े बंदे सानू रूल पे करते पे रूल कीतियां ने सानू जेड़ी इस वेले पाकिस्तान दी हुकूमत है, ये जानदे हो ये बंदे गद्दारे आज़म नहीं है। पूरे आलम इस्लाम नहीं बल्कि पूरी दुनिया दे कुफर चो निज़ाम नहीं जेड़ा इस वेले पाकिस्तान चलदा पे। जवेद साहब ਅੱਛਾ ਇੱਕ ਸਵਾਲ ਹੈ ਬੜਾ, ਇੱਕ ਸਵਾਲ ਹੈ। ਸਾਡੇ ਬੜੀਆਂ ਗੱਲਾਂ ਲੰਮੀਆਂ ਹੁੰਦੀਆਂ ਨੇ
ਇਹ ਜ਼ਿਆਦਾ ਜਿਹੜੇ ਨੇ ਇਹ ਗਰੀਬ ਲੋਕ, ਮਿਡਲ ਕਲਾਸ ਲੋਕ, ਇਹਨਾਂ ਨੂੰ ਹੀ ਇਹ ਜ਼ਿਆਦਾ ਇਹ ਮੌਲਵੀ ਇਸਤੇਮਾਲ ਕਰਦੇ ਨੇ। ਅਮੀਰਾਂ ਨੂੰ ਤਾਂ ਕੋਈ ਦਿਲਚਸਪੀ ਨਹੀਂ ਹੈਗੀ ਜਿਹੜੇ ਅੱਛੇ ਇਲਾਕਿਆਂ 'ਚ ਰਹਿੰਦੇ ਨੇ। ਇਹ ਜਹਾਲਤ ਹੈ ਨਾ, ਜਿਹੜੇ ਬੰਦੇ ਗਰੀਬ ਨੇ। ਮੈਂ ਕਹਿੰਦਾ ਪਿਆ ਵੀ ਮੈਂ ਪਰਸੋਂ ਇੱਕ ਤੱਕਿਆ ਪ੍ਰੋਗਰਾਮ, ਛੋਟੀ ਜਿਹੀ ਗੱਲ ਕਰੇ, ਲੰਮੀ ਨਹੀਂ ਕਰਦੇ, ਵੀ ਬੱਚੀ ਪਤਾ 13 ਸਾਲ ਦੀ ਪਠਾਣੀ, ਹੁਣ ਤਾਂ 16 ਸਾਲ ਦੀ ਹੋ ਗਈ ਹੈ, 13 ਸਾਲ ਦੀ ਸਕੂਲ ਪੜ੍ਹਦੀ ਨੂੰ ਲਾਭ ਹੋ ਗਈ। ਮੁੰਡਾ ਵੀ ਪਠਾਨ ਗਰੀਬ ਹੈ, ਦੋਵੇਂ ਗਦਾਕਾਰੀ ਨੇ। ਤੇ ਉੱਥੋਂ ਕਰਾਚੀ ਟੋਰੀਏ ਲਾਹੌਰ ਆਈ, ਉਹ ਪੁਲਿਸ ਵਾਲਾ ਚੰਗਾ ਕੋਈ ਨੇਕ ਬੰਦਾ, ਉਹਦੇ ਟਾਇ ਚਲਦੀ ਹੈ, ਹਰਾਮੀ ਦੇ ਟਾਇ ਚਲਦੀ, ਤੇ ਕੁੜੀ ਵੀ 2-3 ਕਰੋੜ ਦੀ ਵਿਕ ਜਾਣੀ ਤੇ ਮੁੰਡਾ ਵਿਕ ਜਾਣਾ। ਵੱਖਾ ਖੁਣਾ ਵੇਸ ਪੈਣੇ, ਲੱਭਣੇ ਨਹੀਂ ਕੀ ਆਮਦ। ਉਹਨਾਂ ਦੇ ਵਾਲਦੈਨ ਦੇ ਨਸੀਬ ਚੰਗੇ, ਕਿਉਂਕਿ ਅੱਛਾ ਪੁਲਿਸ ਵਾਲਾ ਲਾਹੌਰ ਰੇਲਵੇ ਸਟੇਸ਼ਨ ਤੇ ਫਿਰਦਿਆ ਪਿਆ, ਉਹਨੇ ਦੇਖ ਲਿਆ, ਉਹਨਾਂ ਨੂੰ ਥਾਣੇ ਲੈ ਗਿਆ, ਉਹਨੇ ਬੁਲਾ ਕੇ ਉਹਨਾਂ ਦੇ ਵਾਲਦੈਨ ਉਹਨਾਂ ਦੇ ਵਾਲੇ ਕੀਤਾ। ਐਡੀ ਜਹਾਲਤ ਹੈ, ਦੱਸੋ ਮੈਨੂੰ। ਵਾਲਦੈਨ ਆਪਣੀ ਔਲਾਦ ਨੂੰ, ਮੈਂ ਕਹਿੰਦਾ ਪਿਆ, ਮੈਂ ਇਤਨੀ ਜਹਾਲਤ ਵੇਖੀ ਹੈ ਜਵੇਦ ਸਾਹਿਬ, ਹੈ ਹੁਣ ਹੁੰਦਾ ਜੇ ਪਿਆ। ਸਾਰੇ ਪਾਕਿਸਤਾਨੀ ਮੇਰੀ ਗੱਲ ਸੁਣਦੇ ਨੇ ਪਏ। ਖੁਦਾ ਵਾਸਤੇ ਵਾਲੀ ਗੱਲ ਹੈ, ਇਹ ਗੌਰ ਨਾਲ ਸੁਣ ਲਓ ਤੇ ਕੋਈ ਖੌਫੇ ਖੁਦਾ ਕਰੋ, ਜਾਣ ਦੋ। ਹਰ ਬੰਦੇ ਨੂੰ, ਮਰਦ ਨੂੰ ਤੇ ਔਰਤ ਨੂੰ, ਪੂਰੇ ਸ਼ਹਿਰ ਦੇ ਲੋਕਾਂ ਦੇ, ਕੁੜੀਆਂ ਮੁੰਡਿਆਂ ਦੇ ਐਬਾਂ ਦਾ ਪਤਾ ਹੁੰਦਾ, ਆਪਣੇ ਘਰ ਦੇ ਐਬਾਂ ਦਾ ਨਹੀਂ ਪਤਾ ਹੁੰਦਾ। ਹਰ ਬੰਦੇ ਨੇ ਆਪਣੇ ਕੁੜੀ ਮੁੰਡੇ ਨੂੰ ਲੈ ਕੇ ਲੈਪਟਾਪ ਦਿੱਤੇ ਆ, ਕੀਮਤੀ ਫੋਨ ਲੈ ਕੇ ਦਿੱਤੇ ਆ। ਉਹਦੇ ਬਗੈਰ ਨਹੀਂ ਰਹਿੰਦੇ ਬੱਚੇ ਜੀ। ਤੁਹਾਡਾ ਦੌਰ ਖਤਮ ਹੋ ਚੁੱਕਿਆ, ਬੱਚੇ ਨਹੀਂ ਰਹਿੰਦੇ ਉਹਦੇ ਬਗੈਰ, ਕੀ ਕਰੋਗੇ? ਉਹ ਮੈਂ ਕਰਨਾ ਜੀ, ਨਾ ਰਹਿ ਟੱਕੋ ਤੁਸੀਂ ਤੇ ਫਿਰ ਰੋ, ਫਿਰ ਤਾਂ ਹੀ ਤਮਾਸ਼ਾ। ਹਰ ਬੰਦਾ ਜਿਹੜਾ ਲੋਕਾਂ ਨੂੰ ਤੱਕਦਾ ਪਿਆ, ਇਹ ਨਹੀਂ ਤੱਕਦਾ ਮੇਰੇ ਘਰ ਮੇਰੀ ਔਲਾਦ ਕੇ ਵੀ ਕਰਦੀ, ਮੇਰੀ ਬੀਵੀ, ਤੇ ਫਿਰ ਲੋਕਾਂ ਦੇ ਤਨਕੀਦ ਕਰਨੀ ਜਵੇਦ ਸਾਹਿਬ ਜਾਇਜ਼ ਨਹੀਂ ਹੁੰਦੀ। ਮੈਂ ਕਹਿੰਦਾ ਪਹਿਲਾਂ ਆਪਣੇ ਘਰ ਤੱਕੋ, ਆਪਣੀ ਔਲਾਦ ਤੇ ਅੱਖ ਰੱਖੋ, ਆਪਣੀ ਬੀਵੀ ਦਾ ਪਹਿਲਾਂ ਤਨਕੀਦ ਆਪਣੇ ਘਰ ਤੋਂ ਸ਼ੁਰੂ ਹੋਵੋ। ਜੇ ਤੁਹਾਡਾ ਘਰ ਠੀਕ ਹੈ, ਸਾਰਾ ਮਾਸ਼ਰਾ ਠੀਕ ਹੈ। ਤੁਸੀਂ ਘਰ ਨਹੀਂ ਆਪਣਾ ਦੇਦਾ। ਮੈਂ ਤੁਹਾਨੂੰ ਦੱਸੋ, ਜ਼ਰਦਾਰੀ ਇਸ ਕਾਬਲ ਹੈ ਕਿ ਕਹੇ ਮੇਰੀ ਔਲਾਦ ਹੈ। ਨਵਾਜ਼ ਸ਼ਰੀਫ, ਸ਼ਬਾਜ਼ ਸ਼ਰੀਫ, ਉਹਨਾਂ ਚ ਗੈਰਤ ਦਾ ਇੱਕ ਵਾਲ ਕਾਬਲ ਹੈ ਕਿ ਮੇਰੀ ਔਲਾਦ ਹੈ। ਫਰਨੰਡੂ ਕਹਿੰਦਾ ਮੇਰਾ ਮੁੰਡਾ ਮੁਸਲਮਾਨ ਹੈ। ਜੇ ਇਹਨਾਂ ਲੋਕ ਜਿਤਨੇ MP MLA, ਜਿਤਨੇ ਪੂਰੇ ਪਾਕਿਸਤਾਨ ਚ ਜਿੱਥੇ ਵੀ ਕੋਈ ਬੈਠੇ ਹੈ, ਮੈਂ ਸਭ ਤੋਂ ਪਹਿਲਾਂ ਲਾਹਨਤ ਭੇਜਣਾ ਤਰੀਕੇ ਇਨਸਾਫ ਤੇ। ਲਾਹਨਤ ਭੇਜਣਾ, 1000 ਬਾਰ ਸੁਣਦੇ ਨੇ ਤਰੀਕੇ ਇਨਸਾਫ ਵਾਲੇ, ਇੱਕ ਵੀ ਲਾਹਲਦਾ ਨਹੀਂ ਹੈ। ਉਹ ਇੱਕ ਬੰਦਾ ਸ਼ਹਜ਼ਾਦਾ ਜੰਮਦਾ, ਹੀਰੋ, ਮੋਮਨ, ਮੁਖਲਸ, ਈਮਾਨਦਾਰ, ਜਿਹਨੂੰ ਨਾ ਦੌਲਤ ਦੀ ਲੋੜ ਹੈ, ਨਾ ਸ਼ੋਹਰਤ ਦੀ ਲੋੜ ਹੈ। ਉਹ ਜ਼ਾਲਮਾਂ ਤੁਹਾਡੇ ਪਿੱਛੇ ਤਗੇ ਦੇ ਬੰਦੇ, ਗੱਦਾਰੇ ਆਲਮ। ਕਿਸੇ ਦੀ ਸ਼ਕਲ ਹੈ ਇਮਰਾਨ ਖਾਨ ਵਰਗੀ? ਕਿਸੇ ਕੋਲ ਇਲਮ ਹੈ ਇਮਰਾਨ ਖਾਨ ਵਰਗਾ? ਖਾਨਦਾਨ ਰਲਦਾ ਇਮਰਾਨ ਖਾਨ ਨਾਲ ਵਰਗਾ? ਉਹ ਕੰਜਰਾ ਘੁੰਮਤ ਕਬਜ਼ਾ ਕੀਤੇ ਪਾਕਿਸਤਾਨ ਤੇ। ਬੱਚਿਓ ਵੋਟਾਂ ਲਈਆਂ ਨੇ ਇਮਰਾਨ ਖਾਨ ਦੇ ਨਾਂ ਤੇ, ਉਹ ਜੇਲ੍ਹ ਬੈਠੇ ਹੈ, ਤੇ ਤੁਸੀਂ ਪਾਰਲੀਮੈਂਟ ਚ ਏਸੀ ਦੀ ਆਵਾਜ਼ ਚ ਬੈਠੇ ਹੋ। ਲੜਦੇ ਤੁਹਾਡੇ ਤੇ ਬਗੈਰਤ ਦਿਓ ਬੱਚਿਓ, ਪਿੱਲਿਓ। ਚਲੋ ਗਾਲ ਨਾ ਕੱਢ ਦਿਓ, ਪ੍ਰੋਗਰਾਮ ਖਰਾਬ ਹੋ ਜਾਣਾ। ਨਹੀਂ, ਮੈਂ ਗਾਲ ਨਹੀਂ ਕਰਦਾ, ਮੈਂ ਗੱਲ ਕਰਦਾ ਜਵੇਦ ਸਾਹਿਬ, ਜਿਹਨਾਂ ਨਾਲ ਜ਼ਿਆਦਤੀ ਪਿੱਲਿਆਂ ਕੀਤੀ ਹੈ, ਜਿਹੜੇ ਪਿੱਲੇ ਗਦਾਰ ਨੇ, ਚੂੜੇ ਚ ਮੇਰਾਂ ਦੀ ਔਲਾਦ ਨੇ, ਭਾਵੇਂ ਉਹ ਵਰਦੀ ਨੇ, ਭਾਵੇਂ ਵਰਦੀਓ ਬਗੈਰ ਨੇ, ਭਾਵੇਂ ਉਹ ਜੱਜ ਨੇ। ਸਭ ਤੋਂ ਪਹਿਲਾਂ ਉਹਨਾਂ ਜੱਜਾਂ ਪਰ ਮੈਂ ਲਾਹਨਤ ਭੇਜਣਾ। ਤੁਹਾਨੂੰ ਪਤਾ ਜਿਹੜਾ ਕਜ਼ਾਬ ਹੈ, ਉਸ ਕਾਰੀਆ ਦੇ ਟਗੇ ਦਾ ਬੰਦਾ, ਕਿਸੇ ਬਗੈਰਤ ਆਦਮੀ ਦੀ ਔਲਾਦ। ਇਹ ਤੁਹਾਨੂੰ ਪਤਾ ਕਿ ਇਸ ਬੰਦੇ ਨੇ ਅਰਬਾਂ ਰੁਪਈਆ ਨਵਾਜ਼ ਸ਼ਰੀਫ ਕੋਲ ਲੈ ਕੇ ਉਹਦੇ ਅਰਬਾਂ ਖਰਬਾਂ ਦੇ ਕੇਸ ਮਾਫ ਕੀਤੇ ਨੇ। ਅੱਛਾ, ਤੇ ਤੁਸੀਂ ਇਹਨੂੰ ਬਰੀ ਉਸਲੇ ਕੀਤਾ। ਉਹਨੇ ਦੱਸਿਆ ਕਿ ਮੇਰੀ ਜਨਾਦ ਕਿੱਥੋਂ ਆਈ ਹੈ? ਉਹਨੇ ਆਖਿਆ ਜੀ ਮੇਰੀ ਰਾਣੀ ਨੂੰ ਪਤਾ ਹੈ। ਔਰ ਤੇਰੀ ਰਾਣੀ ਨੂੰ ਤਾਂ ਮੁਫਤ ਕੋਲ ਹੀ ਇਸਤੇਮਾਲ ਕਰਦਾ, ਉਹਦੀ ਸ਼ਕਲ ਤੱਕ ਹੀ ਉਲਟੀ ਆਉਂਦੀ। ਜਿੰਨਾ ਚਿਰ ਕੇਸ ਚੱਲਦਾ ਰਿਹਾ, ਉਹਨੇ ਖੁੰਡੀ ਪਗੜੀ ਹੁੰਦੀ, ਉੱਤੇ ਚਿੱਟਾ ਦੁਪੱਟਾ ਪੁਰਾਣਾ ਜਿਹਾ ਲਿਆ, ਇਹੋ ਜਿਹੇ ਦੁਪੱਟੇ ਨਾਲ ਲੋਕ ਗੱਡੀ ਸਾਫ਼ ਕਰਦੇ ਨੇ। ਉਹ ਗੱਲ ਸੁਣੋ, ਨਿਕਲ ਕੇ ਫਟਾਫਟ ਖੁੰਡੀ ਪੜ ਕੇ ਉਹ ਗੱਡੀ ਚ ਕਿੰਜ ਪੈਂਦੀ, ਬਗੈਰ ਦਿਓ ਬੱਚੋ ਜੱਜੋ, ਤੁਸੀਂ ਤੱਕਿਆ ਨਹੀਂ ਇਸ ਬੰਦੇ ਨੂੰ। ਇਹ ਬੰਦਾ ਇੱਥੇ ਪਹੁੰਚ ਗਿਆ ਕਿਸ ਤਰ੍ਹਾਂ? ਅੱਛਾ ਗੱਲ ਸੁਣੋ, ਇਹ ਜਿਹੜੇ ਬੰਦੇ 2-4 ਜਨਰਲ ਨੇ 8-10, ਅੱਛਾ ਗੱਲ ਸੁਣ ਲਓ, ਕਾਲੀ ਕਜ਼ਾਬ ਹੈ, ਇੱਥੇ ਪਹੁੰਚਿਆ ਕਿੰਜੇ ਪ੍ਰੈਜ਼ੀਡੈਂਟ ਪਹੁੰਚੇ ਨੇ। ਤੁਸੀਂ ਜਨਰਲ ਵੀ ਮੁਜਰਮ ਹੋ, ਤੁਸੀਂ ਜੱਜ ਵੀ। ਜਿਹੜਾ ਜ਼ਾਲਮ, ਜਿਹੜਾ ਇਸ ਵੇਲੇ ਜਿਤਨਾ ਵੀ ਮੁਲਕ ਦੀ ਬਰਬਾਦੀ ਪਈ ਹੁੰਦੀ ਹੈ, ਇਹ ਤੁਸੀਂ ਜਿਹੜੇ ਇਹ ਨਾ ਆਖੋ ਵਫਰਾਣੇ ਆ, ਉੱਤੇ 10-20 ਬੰਦੇ ਨੇ। ਅੱਛਾ ਗੱਲ ਸੁਣ ਲਓ ਮੇਰੀ, ਜੱਜ ਨੇ ਜੀ, ਮੇਰੀ ਵੀ ਸੁਣੋ। ਤੁਸੀਂ ਕਹਿ ਰਹੇ ਕਿ ਉਹਨੇ ਸਟਿਕ ਪਕੜੀ ਦੀ ਸੀ, ਸੋਟੀ ਫੜੀ ਦੀ ਸੀ, ਤੇ ਪੂਰੀ ਕੌਮ ਹੀ ਇਸੇ ਕੰਮ ਤੇ ਲੱਗੀ ਸੀ। ਹਰ ਬੰਦਾ ਤੇ 2 ਨੰਬਰ, ਆਵਾਮ ਵੀ ਤੇ ਇਸੇ ਕੰਮ ਲੱਗੀ ਸੀ। ਕੋਈ ਆਂਡਿਆਂ ਨੂੰ ਰੰਗ ਕਰਨ ਡਿਆ, ਅੰਡੋ ਕੋ ਪੰਜਾਬੀ ਚ ਦੱਸਿਆ, ਕੋਈ ਤਰਬੂਜ ਨੂੰ ਵਿੱਚ ਟੀਕੇ, ਪਤਾ ਦੇ ਰਹੇ ਪਕੜੇ ਨੇ, ਮਾਲ ਲਏ ਹੈ। ਨਹੀਂ, ਹਰਾਮਖੋਰ ਦੇ ਬੱਚੇ ਨੇ, ਜ਼ਾਲਮ ਕਜ਼ਾਬ ਨੇ, ਕਾਜ਼ੀ ਨੇ। ਉਹਦੀ ਸ਼ਕਲ ਤੱਕ ਤਾਂ ਸ਼ੋਰ ਹੈ। ਮੈਂ ਕੀ ਕਹਿ ਰਿਹਾ, ਜਿਹੜੀ ਆਪਣੀ ਜ਼ੁਬਾਨ ਡਰਾਈਵਰ ਕਰਨੀ, ਸ਼ਿਕਰਾ, ਇਹ ਸ਼ਿਕਰ ਹੈ। ਉਹਨੂੰ ਤਮੀਜ਼ ਨਹੀਂ ਬੋਲਣ ਦੀ। ਮੈਂ ਕਹਿੰਦਾ ਜਿਵੇਂ ਸਾਹਿਬ ਯਕੀਨ ਕਰੋ, ਕਈ ਗਰੀਬਾਂ ਦੇ ਬੱਚੇ ਕਲਰਕ ਲੱਗੇ ਨੇ, ਅਦਾਲਤਾਂ ਵੀ ਜਾਓ ਨਾ ਤੁਸੀਂ, ਥੱਲੇ ਮੁਨਸ਼ੀਆਂ ਦੇ ਥੱਲੇ ਮੁਨਸ਼ੀ ਲੱਗੇ ਨੇ, ਉਹਨਾਂ ਨੂੰ ਵੀ ਬੋਲਣ ਦੀ ਤਮੀਜ਼ ਹੈ। ਇਸ ਬਗੈਰਤ ਦੇ ਬੱਚੇ ਨੂੰ ਬੋਲਣ ਦੀ ਤਮੀਜ਼। ਅੱਛਾ ਗੱਲ ਸੁਣੋ, ਚੀਫ ਜਸਟਿਸ, ਇਹ ਆਵਾਮ ਨੂੰ ਕਿਸ ਚੀਜ਼ ਦੀ ਸਜ਼ਾ ਮਿਲ ਰਹੀ ਹੈ? ਆਵਾਮ ਤੇ ਬੜੀ ਨੇਕ ਨਹੀਂ ਸਾਡੀ ਹੈਗੀ, ਬੜੀ ਇਸਲਾਮੀ ਤਾਲੀਮਾਤ ਦੇ ਮੁਤਾਬਕ ਚੱਲਦੀ ਪਈ, ਤੇ ਉਹਨਾਂ ਨੂੰ ਕਿਉਂ ਸਜ਼ਾ ਮਿਲ ਰਹੀ?
ਕਦੋਂ ਚੱਲਦੀ ਹੈ ਵੀ ਜੇ ਚੱਲਦੀ ਹੋਵੇ ਵੀ ਇਹਨਾਂ 'ਚ ਗੈਰਤ ਹੋਵੇ, ਜੇ ਪੂਰੀ ਪਾਕਿਸਤਾਨੀ ਕੌਮ 'ਚ ਗੈਰਤ ਹੋਵੇ, ਚੰਦ ਬੰਦੇ ਛੱਡ ਕੇ ਚੰਦ ਬੰਦੇ ਕੁਰਬਾਨੀ ਦਿੰਦੇ ਨੇ ਬੇਖਤ, ਕੱਲਾ ਇਮਰਾਨ ਖਾਨ ਨਹੀਂ, ਜਿਹੜੇ ਇਮਰਾਨ ਖਾਨ ਜੇਲ੍ਹਾਂ ਧੀਆਂ ਭੈਣਾਂ ਰੱਖੀ ਨਾ ਮਰਜ਼ੀ, ਉਹ ਛੱਡ ਕੇ ਜੇ 24 ਕਰੋੜ ਚੋਂ 2400 ਬੰਦਾ ਕੁਰਬਾਨੀ ਦੇਣ ਲਈ ਹੈ, ਟੋਟਲ 2400 ਵੀ ਨਹੀਂ ਥੋੜੇ ਨੇ, ਬਾਕੀ ਕੌਮ ਤਮਾਸ਼ਬੀਨ ਬਣੀ ਹੈ ਤੇ ਫਿਰ ਸਜ਼ਾਵਾਂ ਮਿਲਦੀਆਂ ਨੇ। ਇਹ ਖਾਲੀ ਬਾਹਰ ਨਹੀਂ। ਮੈਂ ਤੁਹਾਨੂੰ ਜੋ ਇਹ ਸਭ ਇੱਕ ਬੜਾ ਅਹਿਮ ਸਵਾਲ ਹੈ, ਇੱਕ ਬੜਾ ਅਹਿਮ ਸਵਾਲ ਹੈ ਕਾਫੀ, ਜਿਹੜਾ ਖੈਬਰ ਪਖਤੂਨਖਵਾ ਵਾ ਉੱਥੇ ਔਰਤਾਂ ਨੂੰ ਚੁੱਕ ਕੇ ਨਹੀਂ ਲੈ ਕੇ ਜਾ ਸਕਦੇ, ਭਾਵੇਂ ਕਿੱਡੇ ਵੀ ਕੋਈ ਤਾਕਤਵਰ ਨੇ, ਉਹਨਾਂ ਦੀਆਂ ਔਰਤਾਂ ਦੀਆਂ ਵੀਡੀਓ ਨਹੀਂ ਬਣਦੀਆਂ। ਇਹ ਪੰਜਾਬ 'ਚ ਕਿਉਂ ਸਾਰਾ ਕੁਝ ਚੱਲਣ ਡਿਆ ਤੇ ਸਿੰਧ 'ਚ ਕਿਉਂ ਚੱਲਣ ਡਿਆ? ਜਿਹੜੀ ਪਖਤੂਨਾਂ ਦੀ ਕਦੇ ਤੁਸੀਂ ਤਾਰੀਖ ਪੜ੍ਹੀ ਹੈ? ਇਹ ਪਖਤੂਨ ਕੌਣ ਨੇ, ਕਿੱਥੋਂ ਬਣੇ, ਕਿਸ ਨਬੀ ਨੂੰ ਮੰਨਣ ਵਾਲੇ ਨੇ? ਇਹ ਐਂਡ ਤੇ ਵੀ ਪਖਤੂਨਾਂ ਹੀ ਜਿੱਤਣਾ ਜੇ। ਉਹਨਾਂ ਦੀ ਗੈਰਤ ਹੈ, ਉਹਨਾਂ ਦੀ ਗੈਰਤ ਈਮਾਨੀ ਹੈ। ਉੱਥੇ ਕੰਮ ਨਹੀਂ, ਬਗੈਰਤ ਉੱਥੇ ਵੀ ਹੈ ਨਾ, ਗੰਦ ਵੀ ਉੱਥੇ ਵੀ ਹੈ, ਗੰਦੀਆਂ ਔਰਤਾਂ ਵੀ ਹਨ, ਪਰ ਕੋਈ ਡਰ ਪਰਦਾ। ਜਿਹੜਾ ਪੰਜਾਬ ਹੈ ਸਾਡੇ, ਇੱਥੇ ਹਿੰਦੂਆਂ ਰਾਜਿਆਂ ਵੀ ਘੁੰਮਤ ਕੀਤੀ ਹੈ, ਸਿੱਖਾਂ ਵੀ ਕੀਤੀ ਹੈ, ਤੇ ਇੱਥੇ ਜਨਾਬ ਅਲੀ ਯਾਰ ਹਿੰਦੂਆਂ ਨੇ ਜਿਹੜਾ ਜ਼ਰਦਾਰੀ ਖਾਨਦਾਨ ਕੌਣ ਹੈ, ਜਾਂ ਇਹ ਜਿਹੜਾ ਨਹੀਂ, ਪਰ ਹਿੰਦੂਆਂ ਨੇ ਹੁਕੂਮਤ ਕੀਤੀ। ਹਿੰਦੂ ਤੇ ਹਿੰਦੁਸਤਾਨ 'ਚ ਵੀ ਹੁਕੂਮਤ ਕਰਨ ਦੇ, ਪਰ ਉਹ ਤੇ ਨਹੀਂ ਔਰਤਾਂ ਨੂੰ ਨੰਗਿਆ ਕਰਨ ਦੇ। ਕੌਣ? ਹਿੰਦੂ ਜਿਹੜੇ ਨੇ ਤੇ ਹਿੰਦੁਸਤਾਨ 'ਚ ਵੀ ਹੁਕੂਮਤ ਕਰਨ ਦੇ ਨੇ, ਪਰ ਉਹ ਇੰਜ ਵੀਡੀਓ ਤੇ ਨਹੀਂ, ਔਰਤਾਂ ਨੂੰ ਚੁੱਕ ਕੇ ਤੇ ਨਹੀਂ ਲੈ ਕੇ ਜਾ ਰਹੇ, ਉਹਨਾਂ ਨੂੰ ਨੰਗਾ ਤੇ ਨਹੀਂ ਕਰ ਰਹੇ। ਨਹੀਂ, ਉਹ ਕਰਦੇ ਬੜਾ ਕੋਈ ਨਾ, ਲੇਕਿਨ ਉੱਥੇ ਆਜ਼ਾਦ ਹੈ ਨਾ, ਉੱਥੇ ਗੱਲ ਚੜ੍ਹਦੀ ਕੋਈ। ਇੰਡੀਆ ਜਿਹੜੇ ਹਿੰਦੂ ਨੇ ਉਹਨਾਂ ਵਾਸਤੇ ਇਹ ਚੀਜ਼ ਡਿਕਲੇਅਰ ਹੈ, ਉਹਨਾਂ ਨੂੰ ਤੇ ਮਮਾਨਤ ਹੀ ਕੋਈ ਨਹੀਂ ਕਰਨ ਵਾਲੇ। ਉਹ ਤੇ ਪੂਰੀ ਕੌਮ ਹੀ ਨੰਗੀ ਹੈ ਰਾਤੀ ਦਿਹਾੜੀ। ਉਹ ਤੱਕ ਉਹਨਾਂ ਜੋ ਫਿਲਮਾਂ ਕੇ ਬਣਦੀ ਵੀ ਅੰਦਰ ਜੋ ਕਲੱਬ, ਉਹਨਾਂ ਨੂੰ ਹਰ ਚੀਜ਼ ਦੀ ਇਜਾਜ਼ਤ ਹੈ, ਸ਼ਰਾਬ ਦੀ ਇਜਾਜ਼ਤ ਹੈ, ਜ਼ਨਾ ਦੀ ਇਜਾਜ਼ਤ ਹੈ। ਤੁਸੀਂ ਉੱਥੇ ਤੱਕ ਲਓ, ਮੈਂ 4-5 ਨਹੀਂ, ਪਰ ਉਹਨਾਂ ਦੀਆਂ ਅਦਾਲਤਾਂ ਤੇ ਨਹੀਂ ਲੋਕੀ ਤੁਸੀਂ ਕੋਈ ਵੀ ਇੰਨੇ ਸਵਾਲ ਉਠਾਉਂਦੇ ਕਿ ਉਹ ਗਲਤ ਫੈਸਲੇ ਕਰਨ ਦੀਆਂ ਨੇ। ਇਹਨਾਂ ਦੀਆਂ ਇੰਡੀਆ ਦੀਆਂ ਉਹਨਾਂ ਦੀਆਂ ਅਦਾਲਤਾਂ ਗਲਤ ਫੈਸਲੇ ਕਰਦੀ ਨਹੀਂ। ਕੋਈ ਦੱਸੋ ਉੱਥੇ ਕਿਸੇ ਜਨਰਲ ਐਨ ਅਮੀਰ ਹੈ ਜੇ, ਕਿਸੇ ਮੁਰੱਬਿਆਂ ਨੇ ਕਬਜ਼ਾ ਕੀਤੀ ਹੈ, ਕਿਸੇ ਦੀ ਹਜ਼ਾਰਾਂ ਕਨਾਲ ਜ਼ਮੀਨ ਹੈ ਜਨਰਲ ਦੀ, ਜਾਂ ਕਿਸੇ ਜੱਜ ਦੀ, ਇੱਕ ਦੀ ਦੱਸ ਦਿਓ ਮੈਨੂੰ ਇੰਡੀਆ ਵਿੱਚ। ਉੱਥੇ ਅਦਾਲਤਾਂ ਇਨਸਾਫ ਕਰ ਰਹੀਆਂ ਨੇ, 16 ਨੇ। ਸਿਰਫ ਨਹੀਂ ਇਨਸਾਫ ਉਹ ਅਦਾਲਤਾਂ ਕਰ ਰਹੀਆਂ, ਤੇ ਸਾਡੇ ਮੁਸਲਮਾਨਾਂ ਤੇ ਨਹੀਂ ਕਰ ਰਹੀਆਂ। ਉਹਨਾਂ ਜਿਹੜਾ ਆਪਣਾ ਹਿੰਦੂ ਹੈ, ਅਸੀਂ ਜਵੇਦ ਸਾਹਿਬ ਤੁਸੀਂ ਵੀ ਜਰਮਨੀ ਤੇ ਇੰਗਲੈਂਡ ਰਹਿੰਦੇ, ਪੂਰਾ ਯੂਰਪ ਜਾਣਦੇ ਹੋ। ਤੁਸੀਂ ਮਰੋਗੇ ਜੀ, ਪਹਿਲਾਂ ਮੈਂ ਲਫ਼ਜ਼ ਦੀ ਨਿਸ਼ਾਨਦੇਹੀ ਕਰਨਾ, ਤੁਹਾਡਾ ਮੈਂ ਇੱਕ ਪ੍ਰੋਗਰਾਮ ਤੱਕਿਆ, ਉਹਦੇ ਇੱਕ ਲਫ਼ਜ਼ ਗਲਤ ਲਿਖਿਆ, ਉਹਦੇ ਗੁਨਾਹ ਕੋਈ ਨਹੀਂ, ਕੋਈ ਸ਼ਰੀ ਮਸਲਾ ਨਹੀਂ, ਉਹਨੂੰ ਠੀਕ ਕਰ ਲਿਓ। ਮੈਂ ਕੱਲ ਤੱਕਿਆ ਤੁਹਾਡਾ ਇੱਕ ਪ੍ਰੋਗਰਾਮ, ਉਹਦੇ ਲਿਖਿਆ ਮਰਕਸ਼, ਤੇ ਮਾਰੋਕੋ ਲਿਖਦੇ ਨੇ, ਮਰਾਕੋ ਲਿਖਦੇ ਆ। ਤੇ ਜੇ ਤੁਸੀਂ ਉਹਨੂੰ ਉਰਦੂ 'ਚ ਲਿਖਣਾ ਤੇ ਮਰਾਕਸ਼ ਲਿਖੋ। ਅੱਛਾ ਠੀਕ ਹੈ, ਅੱਛਾ ਚਲੋ ਮੈਂ ਕਰ ਦਿਆਂਗਾ, ਠੀਕ ਹੋ ਜਾਏਗਾ। ਅੱਛਾ ਇਹ ਦੱਸੋ ਮੈਨੂੰ ਆਖਰ ਦੇ ਉੱਤੇ ਕਿ ਜਦੋਂ ਇਹ ਸਾਰੇ ਹੀ ਗਲਤ ਕੰਮ 'ਚ ਲੱਗੇ ਤੇ ਅਵਾਮ, ਜੱਜ, ਜਰਨਲ, ਤੁਸੀਂ ਸਾਰੇ ਕਹਿ ਰਹੇ, ਸਿਆਸਤਦਾਨ, ਵਕੀਲ, ਡਾਕਟਰ, ਹਰ ਮਹਿਕਮਾ ਜਿਹੜਾ ਪਿਛਲੇ ਦਿਨ ਬੰਦਾ, ਇੱਕ ਬੰਦਾ ਨਹੀਂ, ਇੱਕ ਬੰਦਾ ਜਿਹੜਾ ਇਸ ਵੇਲੇ ਤੋਂ ਮੈਂ ਤੇ ਜਵੇਦ ਸਾਹਿਬ ਅੱਗੇ ਨਹੀਂ, ਇੱਥੇ ਇੱਕ ਆਖਰ ਦਾ ਸਵਾਲ ਹੈ, ਅਸੈਂਬਲੀਆਂ ਤੇ ਕੌਮੀ ਅਸੈਂਬਲੀ, ਸਿਰਫ ਉਹ ਬੰਦੇ ਕੱਢੋ ਜਿਨ੍ਹਾਂ ਬੰਦਿਆਂ ਨੇ ਇਹਨਾਂ ਜਿਹੜੇ ਚੂੜੇ ਚਮਿਆਰ ਬੈਠੇ ਨੇ, ਜਿਹੜੇ ਮੁਲਕ ਨੂੰ ਇਸ ਵੇਲੇ ਰੂਲ ਪੇ ਕਰਦੇ, ਸਭ ਨੂੰ ਪਤਾ ਹੈ। ਤੁਸੀਂ ਤੋਂ ਮੈਂ ਨਾਂ ਨਹੀਂ ਲਿਖਿਆ, ਮੈਨੂੰ ਨਾਂ ਲੈਣ ਤੋਂ ਕੋਈ ਡਰ ਨਹੀਂ। ਮੈਂ ਕਹਿੰਦਾ ਅੱਲਾਹ ਤਾਲਾ ਮੈਨੂੰ ਸ਼ਾਇਦ ਇਹਨਾਂ ਹਰਾਮੀਆਂ ਦਾ ਨਾਂ ਲੈਣ ਦੇ ਸਦਕੇ ਬਖਸ਼ ਦੇ, ਮੈਂ ਗੁਨਾਹਗਾਰ ਜਿਹਾ ਬੰਦਾ। ਮੈਂ ਸਿਰਫ ਤੁਹਾਡੇ ਪ੍ਰੋਗਰਾਮ ਵਾਸਤੇ ਨਾਂ ਲੈਂਦਾ, ਜਿਹੜੇ ਹਰਾਮੀ ਆ ਸਿਰ ਮੁਲਕ ਨੂੰ ਰੂਲ ਕਰ ਰਹੇ ਨੇ। ਮੈਂ ਯਾਦ ਕਰਨਾ ਪਿਆ, ਜਿਹੜੇ ਉਹਨਾਂ ਦੇ ਆਰਡਰ ਮੰਨਦੇ ਨੇ ਪਏ, ਉਹ ਵੀ ਮੁਸਲਮਾਨ ਨਹੀਂ ਹਨ। ਕਿਉਂ? ਜਿਹੜਾ ਬੰਦਾ ਜਵੇਦ ਸਾਹਿਬ ਇੱਕ ਜ਼ਾਲਿਮ ਦਰਿੰਦੇ ਦੇ ਨਾਲ ਮਸ਼ਵਰੇ 'ਚ ਸ਼ਾਮਲ ਹੁੰਦਾ, ਇਹ ਨਾ ਆਖੋ ਇਹ ਅੱਗੇ 20-25 ਲੱਗਣੇ, 20-25 ਨਹੀਂ, 13,000 ਬੰਦਾ ਚਮਾ ਸੂਬੇ। ਜਵੇਦ ਸਾਹਿਬ ਆਖੋ ਤੇ ਮੈਂ ਇੱਕ ਬੰਦੇ ਦਾ ਦੋਸਤ ਤਿਆਰ ਹਾਂ। ਚਲੋ ਅੱਛਾ, ਹੁਣ ਇਹ ਦੱਸੋ, ਠੀਕ ਹੋ ਗਿਆ, ਬਹੁਤ ਹੋ ਗਿਆ, 2 ਮਿੰਟ। ਇਹ ਦੱਸੋ 2-4 ਕਿਲੋ ਗੋਸ਼ਤ ਤੇ ਖਾਧਾ ਹੋਣਾ ਵਾ ਈਦ ਤੇ ਕਿ ਨਹੀਂ? ਨਹੀਂ, ਮੈਂ ਨਹੀਂ ਖਾਧਾ ਗੋਸ਼ਤ, ਮੈਂ ਬਿਮਾਰ ਹਾਂ, ਤੁਹਾਨੂੰ ਦੱਸਿਆ ਨਾ, ਮੇਰੀ ਹੁਣ ਬਹੁਤੀ ਕਮਜ਼ੋਰੀ। ਜਵੇਦ ਸਾਹਿਬ ਮੈਨੂੰ 8 ਸਾਲ ਗੁਰਦੇ ਸਾਫ਼ ਕਰਨ ਹੋ ਗਏ ਨੇ, ਬਾਈਪਾਸ। ਮੈਂ ਕਸਮ ਲੈ ਲਓ, ਯਕੀਨ ਕਰੋ, ਮਰ ਕੇ ਨਾ 2 ਸਟਾਕੀਆਂ ਗੋਸ਼ਤ ਖਾਧਾ ਹੁਣ ਮੈਂ, 2 ਸਟਾਕੀਆਂ, ਪਾ ਵੀ ਨਹੀਂ ਖਾਧਾ। ਓਏ ਹੋਏ, ਉਹ ਪਰਸ ਕੇ ਪੂਰੀ ਦਿਹਾੜੀ ਨਾ ਮੈਂ ਨਾ ਘਰ ਦੀ ਆਦੀ ਖੈਰ ਤੇ ਆਈ ਨਾ, ਲੰਮਾ ਪਿਆ, ਉੱਠਦਾ ਨਹੀਂ ਪਿਆ। ਮੈਂ ਕਿਹਾ ਉੱਠਣ ਲਵੇ ਤੇ ਉੱਠਣ, ਪੱਖਾ ਲਾ ਕੇ ਨਾ ਪੂਰੀ ਦਿਹਾੜੀ ਉਹ ਕਿਤੇ ਡਿਗਰੀ ਜਾ ਕੇ ਪੀ ਕੇ ਪਾਣੀ, ਤੇ ਜਾ ਕੇ ਡਿਗਰੀ ਮੈਨੂੰ ਨਾ ਉਹ ਥੋੜੀ, ਉਹ ਬੋਟੀਆਂ 2 ਨਹੀਂ ਪਛਾਣ ਆਉਂਦੀਆਂ। ਇਹ ਤੇ ਜਿਵੇਂ ਸਭ ਸਾਰੀ ਹਾਲਤ। ਹੁਣ ਮੇਰੀ ਅਪੁਆਇੰਟਮੈਂਟ ਹੈ, ਆਖਰੀ ਮੇਰੀ ਅਪੁਆਇੰਟਮੈਂਟ 12ਵੇਂ ਮਹੀਨੇ ਚਾਹੀ 2023 'ਚ। ਹੁਣ ਇਸ 7ਵੇਂ ਮਹੀਨੇ ਦੀ 11 ਜੁਲਾਈ ਨੂੰ ਜਿਹੜੀ ਹੈ ਨਾ ਮੇਰੀ ਨਾ, ਲੇਕਿਨ ਮੈਂ ਜੇ ਸਿਹਤ ਮੇਰੀ ਠੀਕ ਹੁੰਦੀ ਨਾ, ਤੇ ਮੇਰਾ ਇਰਾਦਾ ਆ ਭਾਈ ਇਹ ਅੱਜ ਤੋਂ ਪਹਿਲਾਂ ਮੈਂ ਉਮਰਾ ਪਾਕ ਕਰ ਆਉਂਦਾ। ਮੈਂ 22 'ਚ ਗਿਆ ਤੇ ਮੇਰਾ ਦਿਲ ਹੈ ਜਦ ਜ਼ਿੰਦਗੀ ਚੱਲ ਰਹੀ। ਹੁਣ ਮੈਂ ਕੋਸ਼ਿਸ਼ ਕਰਨਾ ਪਿਆ ਗਰਮੀ ਲੰਘ ਜਾਏ ਨਾ। ਤੁਹਾਨੂੰ ਪਤਾ ਇਟਲੀ 'ਚ ਬੜੀ ਗਰਮੀ ਪੈਂਦੀ, ਤੁਹਾਡੇ ਤਾਂ ਪਤਾ ਕੋਈ ਨਹੀਂ, ਸਾਡੇ ਇੱਥੇ ਇਤਨੀ ਪਾਕਿਸਤਾਨ ਨਹੀਂ ਗਰਮੀ ਪੈਂਦੀ, ਇਹਦੀ ਗਰਮੀ ਪੈਂਦੀ। ਹੁਣ ਸਵੇਰੇ ਯਕੀਨ ਕਰੋ, ਕੋਲ ਮੇਰੇ ਘਰ ਦੇ ਬਿਜਲੀ ਤੇ ਨਹੀਂ ਨਾ ਜਾਂਦੀ, ਬਿਜਲੀ ਤੇ ਨਹੀਂ ਨਾ ਜਾ ਰਹੀ, ਪੱਖਾ ਤੇ ਚੱਲ ਰਿਹਾ ਨਾ, ਜਾਂ ਪੱਖੇ ਚੱਲਦੇ, ਪੱਖੇ 3 ਲਾਏ ਨੇ। ਮੈਂ ਕਿ ਬਿਮਾਰ ਬੰਦਾ, ਮੈਂ ਨਾ ਗਰਮ ਨਾ ਹੋ ਜਾਏ, ਇੱਕ ਦਿਹਾੜੀ ਲਾਣਾ, ਇੱਕ ਰਾਤੀ ਲਾਣਾ, ਇੱਕ ਤੀਜੇ ਵੇਲੇ ਕੋਈ 2-4 ਬੰਦੇ ਕੋਲ ਆ ਕੇ ਬਹਿ ਜਾਣ, ਬਗੈਰ ਪੱਖੇ ਤੋਂ ਤਾਂ ਮੈਂ 10 ਮਿੰਟ ਨਹੀਂ ਕਰ ਸਕਦਾ।
ਚਲੋ ਬਹੁਤ ਸ਼ੁਕਰੀਆ ਤੁਹਾਡਾ, ਖਲਾਏ ਮੱਠਾ ਥੈਂਕ ਯੂ ਜੀ, ਬਹੁਤ ਤੇ ਸ਼ੁਕਰੀਆ। ਉਹ ਜੋ ਐਸਾ ਵਰਦੀ ਹੈ ਕਿ 1 ਮਿੰਟ ਤੁਹਾਨੂੰ ਟਾਈਮ ਦਿਓ, ਮੈਂ ਇਹ ਅਰਜ਼ ਕਰਨਾ ਪਿਆ ਜਿਹੜੇ ਤਰੀਕੇ ਸਗੋਂ ਟਾਈਮ ਸਿਰ ਗੱਲਾਂ ਚੁੱਕੀ ਹੁੰਦੀ ਮੁੱਕਦੀ ਨਹੀਂ। ਮੈਂ ਆਖਰੀ ਇਹ ਗੱਲ ਕਰਨਾ, ਮੁਸਲਮਾਨਾਂ ਦੀ ਗੱਲ ਕੋਈ ਨਹੀਂ। ਜਵੇਦ ਸਾਹਿਬ ਅਸੀਂ ਵੀ ਰਹਿੰਦੇ ਹਾਂ ਕੁਫਰ ਦੇ ਮਾਸ਼ਰੇ 'ਚ, ਅਜ਼ੀਜ਼ ਪਾਕ ਕੇ ਕੁਫਰ ਦਾ ਮਾਸ਼ਰਾ ਕਾਇਮ ਰਹਿ ਸਕਦਾ, ਨਾ ਇਨਸਾਫੀ ਦਾ ਨਹੀਂ। ਇੱਥੇ ਅਸੀਂ ਅਰਬ ਤੱਕ ਲਓ, ਕਿਸੇ ਅਰਬ ਵੀ ਤੁਸੀਂ ਕੋਈ ਮੁਸਲਮਾਨ ਆਪਣੀ ਜ਼ਮੀਨ ਨਹੀਂ ਲੈ ਸਕਦਾ। ਕਾਰੋਬਾਰ ਜਿੰਨੇ ਪਾਕਿਸਤਾਨੀ ਬੰਦੇ ਅਰਬੀ 'ਚ ਜਾਂ ਸਾਊਦੀ ਅਰਬਾਂ ਦੇ ਕਾਰੋਬਾਰ ਤੇ ਕਰਦੇ ਨੇ, ਪ੍ਰਾਪਰਟੀ ਉਹਨਾਂ ਦੇ ਨਾਂ ਹੈ, ਲਾਇਸੈਂਸ ਉਹਨਾਂ ਕੋਲ, ਇਹ ਮੁਲਾਜ਼ਮਤ ਕਰਦੇ ਨੇ। ਇੱਥੇ ਅਸੀਂ ਇਹਨਾਂ ਨੂੰ ਕਾਫਰ ਆਖਦੇ ਹਾਂ ਯੂਰਪ 'ਚ। ਇੱਥੇ ਯਕੀਨ ਕਰੋ, ਮੇਰੇ ਨਾਲ ਇੱਕ ਮੁੰਡਾ ਡਰਾਈਵਰੀ ਕਰਦਾ, ਅੱਜ ਉਹਦੇ 6 ਟਰਾਲੇ ਜੇ, 6 ਵੱਡੇ ਨਵੇਂ ਟਰਾਲੇ। ਚਲੋ ਉਹ ਠੀਕ, ਸਾਰੇ ਪਾਕਿਸਤਾਨੀ ਡਰਾਈਵਰ, ਉਹਦੀ ਆਪਣੀ ਪ੍ਰਾਪਰਟੀ, ਜ਼ਮੀਨ ਲਾਓ, ਮਕਾਨ ਲਾਓ, ਜੋ ਮਰਜ਼ੀ ਕਾਰੋਬਾਰ ਕਰੋ। ਇੱਥੇ ਇਨਸਾਨੀਅਤ ਹੈ, ਇਹਨੂੰ ਕਹਿੰਦੇ ਆਲਾ ਹੈ। ਅਸੀਂ ਆਨੇ ਜੀ ਇਹ ਇਸਲਾਮੀ ਮੁਲਕ। ਪਾਕਿਸਤਾਨ 'ਚ ਤੁਸੀਂ ਜਾਓ, ਸੱਕਾ ਭਰਾ ਨੂੰ, ਇਹ ਕੱਲ ਦਾ ਵਾਕਿਆ ਜੀ, ਇਹ ਪਾਕ ਪਤਨ ਸ਼ਰੀਫ ਦਾ ਮੈਂ ਸਵੇਰੇ ਪੜ੍ਹਦਾ ਪਿਆ, ਸੱਕੇ ਪੁੱਤਰ ਨੇ ਪਿਓ ਨੂੰ ਮਾਰ ਸੜਿਆ, ਜਿਹੜਾ ਜਿਵੇਂ ਨਹੀਂ ਹੋਣੀ ਉਹਦੇ ਪਿੱਛੇ। ਚਲੋ ਬਹੁਤ ਸ਼ੁਕਰੀਆ, ਅਸੀਂ ਮੁਸਲਮਾਨ। ਚਲੋ ਤੇ ਬਾਕੀ ਇਹ ਆਖਰੀ ਗੱਲ ਮੈਂ ਤੁਹਾਨੂੰ 30 ਸਕਿੰਟ ਮੁਕਾਨਾ, ਜਿਤਨੇ ਤੁਸੀਂ ਤਰੀਕੇ ਇਨਸਾਫ ਵਾਲੇ ਜਿਹੜੇ ਸਵਾਈ ਅਸੈਂਬਲੀ ਜਾਂ ਕੌਮੀ ਅਸੈਂਬਲੀ 'ਚ ਬੈਠੇ ਹੋ, ਤੁਸੀਂ ਜਨਮੀ ਹੋ, ਪੱਕੇ ਜਨਮੀ ਹੋ। ਤੁਹਾਡੇ 'ਚ ਗੈਰਤ ਦਾ ਇਕਬਾਲ ਨਹੀਂ। ਤੁਸੀਂ ਇਮਰਾਨ ਖਾਨ ਦੇ ਨਾਂ ਦੀਆਂ ਵੋਟਾਂ ਲੈ ਕੇ ਤੇ ਐਮਪੀਆਂ ਬਣ ਕੇ ਤੇ ਕੰਜਰ ਦੇ ਪਿੱਲੇ ਹੋ, ਬਸ ਪਾਰਲੀਮੈਂਟ ਏਸੀ ਲਾ ਕੇ ਬੈਠੇ ਹੋ। ਤੁਹਾਡਾ ਕੰਮ ਹੈ ਰੋਡਾਂ ਤੇ ਨਿਕਲੋ। ਜਿੰਨੇ ਆਵਾਮ ਤੁਹਾਨੂੰ ਕਰੋੜਾਂ, ਤੁਸੀਂ 98% ਜਿੱਤੇ ਹੋ, ਉਹਨੂੰ ਆਵਾਮ ਨੂੰ ਬਾਹਰ ਨਹੀਂ ਕੱਢਦੇ। ਤੁਹਾਨੂੰ ਖੁਦਾ ਨਹੀਂ ਬਖਸ਼ਣਾ। ਤੁਸੀਂ ਆਰਾਮ ਦੀ ਕਮਾਈ ਖਾਂਦੇ ਪਏ, ਆਰਾਮ ਦੀ। ਚਲੋ ਬਹੁਤ ਲੰਬਾ ਹੋ ਗਿਆ ਪ੍ਰੋਗਰਾਮ, ਤੈਨੂੰ ਆਕਾ ਅਸਲ ਨਹੀਂ ਜੀ, ਪ੍ਰੋਗਰਾਮ ਲੰਬਾ ਹੋ ਗਿਆ ਬੜਾ। ਮੁਕਾਬਲੇ ਮੈਂ ਅਰਜ਼ ਕਰਨਾ ਪਿਆ 1 ਮਿੰਟ ਤੋਂ ਪਹਿਲੇ ਤੁਹਾਡਾ ਕੰਮ ਨਹੀਂ। ਅਗਰ ਮੈਂ ਅੱਜ ਤੋਂ ਬਾਅਦ ਕੋਈ ਤਰੀਕੇ ਇਨਸਾਫ ਦਾ ਬੰਦਾ ਜਿਹੜਾ ਐਮਪੀਏ ਜਾਂ ਐਮਐਨਏ ਬਣ ਕੇ ਵਿੱਚ ਬੈਠੇ ਹੈ ਔਰ ਬੋਲਦਾ ਨਹੀਂ, ਬਾਹਰ ਸੜਕਾਂ ਤੇ ਨਹੀਂ ਰੁਲਦਾ ਪਿਆ, ਉਹ ਜਹਨਮੀ ਹੈ। ਜਾਣਾ ਤੁੱਲਾ ਲਲਕਾ ਦੇ ਬਿਨ ਬਗੈਰ ਦੇ ਬੱਚੇ ਹੋ, ਜਿਹੜਾ ਕੁਰਬਾਨੀ ਦੇਣ ਲਈ ਉਹ ਜੇਲ੍ਹ 'ਚ, ਤੇ ਤੁਸੀਂ बाहर बैठ के हलवे पे खाते हो। लानत वाले थे। अस्सलाम वालेकुम रहमतुल्लाह। याकूब साहब के साथ प्रोग्राम इतना लंबा हो जाता है, बाकी अब मैं क्या कहना, फिर किसी और प्रोग्राम में बातचीत करें, जुड़े रहें हमारे साथ।